ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਅਨੂਜਾ ਸ਼ਰਮਾ। ਲਗਾਤਾਰ ਸਰਕਾਰਾਂ ਨੂੰ ਅਸੀਂ ਇਹ ਕਹਿੰਦੇ ਹੋਏ ਸੁਣਦੇ ਹਾਂ ਕਿ ਅਸੀਂ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਅੱਗੇ ਲਿਜਾਣਾ ਹੈ। ਵਿਮਨ ਇੰਪਾਵਰਮੈਂਟ ਦਾ ਨਾਰਾ ਹਰ ਸਰਕਾਰ ਹਰ ਸਿਆਸੀ ਪਾਰਟੀ ਲਗਾਉਂਦੇ ਹੋਏ ਨਜ਼ਰ ਆਉਂਦੀ ਹੈ, ਲੇਕਿਨ ਇਹ ਚਿੰਤਾ ਦਾ ਵਿਸ਼ਾ ਤਦ ਬਣ ਜਾਂਦਾ ਹੈ ਜਿਸ ਵਕਤ ਐਕਸ ਮਿਲਟਰੀ ਆਫੀਸਰ ਜਿਹੜੀਆਂ ਵਿਮਨ ਨੇ ਉਹ ਇਹ ਕਹਿ ਦੇਣ ਕਿ ਇੱਥੇ ਸਰਕਾਰਾਂ ਡਬਲ ਸਟੈਂਡਰਡਸ ਖੇਲ ਰਹੀਆਂ ਨੇ, ਕਿਉਂਕਿ ਸਭ ਤੋਂ ਜ਼ਿਆਦਾ ਸਟਰੋਂਗ ਉਹ ਖਿੱਤਾ ਅਸੀਂ ਮੰਨਦੇ ਹਾਂ। ਲੇਕਿਨ ਅੱਜ ਉਹਨਾਂ ਨੂੰ ਵੀ ਪ੍ਰੈਸ ਕਾਨਫਰੰਸ ਕਰਨੀ ਪਈ ਔਰ ਗੁਹਾਰ ਬਾਰ-ਬਾਰ ਇੱਕੋ ਹੀ ਲਗਾਈ ਕਿ ਸਰਕਾਰਾਂ ਲੇਡੀਜ਼ ਜਾਂ ਵਿਮਨ ਇੰਪਾਵਰਮੈਂਟ ਪੂਰਨ ਤੌਰ ਤੇ ਨਹੀਂ ਚਾਹੁੰਦੀਆਂ। ਇਸ ਵਕਤ ਸਾਡੇ ਨਾਲ ਮੌਜੂਦ ਨੇ ਮੈਮ, ਕੀ ਨਾਮ ਹੈ ਤੁਹਾਡਾ? ਕੈਪਟਨ ਸੀਮਾ। ਕੈਪਟਨ, ਜਿਸ ਵਕਤ ਅਸੀਂ ਗੱਲ ਕਰਦੇ ਹਾਂ ਕਿ ਜਿਸ ਵਕਤ ਸਰਕਾਰਾਂ ਦੇ ਉੱਤੇ ਤੁਸੀਂ ਇਲਜ਼ਾਮ ਲਗਾ ਰਹੇ ਹੋ ਡਬਲ ਸਟੈਂਡਰਡਸ ਨੇ, ਇਹ ਕਾਹਤੋਂ ਤੁਹਾਨੂੰ ਲਗਾਉਣਾ ਪੈ ਗਿਆ ਕਿ ਸਰਕਾਰਾਂ ਡਬਲ ਸਟੈਂਡਰਡਸ ਖੇਲਦੀਆਂ ਨੇ ਜਿਸ ਵਕਤ ਵਿਮਨ ਇੰਪਾਵਰਮੈਂਟ ਦੀ ਗੱਲ ਆਉਂਦੀ ਹੈ? ਤੁਸੀਂ ਇਸ ਵਾਰੀ 26 ਜਨਵਰੀ ਦਾ ਨਾਰਾ ਸੁਣਿਆ ਸੀਗਾ, ਨਾਰੀ ਸਸ਼ਕਤੀਕਰਨ। ਠੀਕ ਹੈ, ਸਾਡੀਆਂ ਮਿਲਟਰੀ ਨਰਸਿੰਗ ਸਰਵਿਸਿਜ਼ ਦੀਆਂ ਵੀ ਆਫਸਰਸ ਉੱਥੇ ਨੇ, ਉਹਨਾਂ ਨੇ ਮਾਰਚ ਕੀਤੀ ਸੀ ਤੇ ਸਾਨੂੰ ਮਿਲਟਰੀ ਨਰਸਿੰਗ ਅਫਸਰ ਦਾ ਤਾਂ ਦਰਜਾ ਦਿੱਤਾ ਜਾਂਦਾ ਹੈ, ਬਟ ਜਦੋਂ ਐਕਸ ਸਰਵਿਸਮੈਨ ਸਟੇਟਸ ਦੀ ਗੱਲ ਆਉਂਦੀ ਹੈ ਤੇ ਸਾਨੂੰ ਉਹ ਨਹੀਂ ਦਿੱਤਾ ਜਾ ਰਿਹਾ। ਪਹਿਲਾਂ ਸਾਨੂੰ ਦਿੱਤਾ ਜਾ ਰਿਹਾ ਸੀ, ਬਟ ਹੁਣ ਜਦੋਂ ਆਪਾਂ ਗੱਲ ਕਰਦੇ 2017 ਤੋਂ ਬਾਅਦ ਸਾਡਾ ਜਿਹੜਾ ਇਹ ਖਿਤਾਬ ਹੈ ਉਹ ਲੈ ਲਿੱਤਾ ਗਿਆ ਹੈ। ਅਸੀਂ ਜਦੋਂ ਸ਼ਾਰਟ ਸਰਵਿਸ ਕਮਿਸ਼ਨ ਜਿਹੜੀਆਂ ਆਫਸਰਸ ਹੁੰਦੀਆਂ ਸਾਡੀ 5+5+4 ਟੋਟਲ 14 ਸਾਲ ਦੀ ਸਰਵਿਸ ਜਦੋਂ ਆਪਾਂ ਕਰਕੇ ਰਿਟਾਇਰ ਹੁੰਦੇ ਹਾਂ ਤੇ ਜਦੋਂ ਆਪਾਂ ਵਾਪਸ ਜਾਂਦੇ ਹਾਂ ਉੱਥੇ ਜਾ ਕੇ ਜਦੋਂ ਆਪਾਂ ਸਰਵਿਸ ਜਿੱਦਾਂ ਬਾਕੀ ਆਪਾਂ ਗਵਰਨਮੈਂਟ ਸਰਵਿਸਿਜ਼ ਦੇ ਵਿੱਚ ਅਸੀਂ ਜਾਣਾ ਚਾਹੁੰਦੇ ਹਾਂ, ਉੱਥੇ ਏਜ ਰਿਲੈਕਸੇਸ਼ਨ ਦੀ ਗੱਲ ਆਉਂਦੀ ਹੈ, ਉੱਥੇ ਕੋਟਾ ਦੀ ਗੱਲ ਆਉਂਦੀ ਹੈ ਤੇ ਸਾਨੂੰ ਉਹ ਅਲਾਉਡ ਨਹੀਂ ਹੈ। ਉਹਨੂੰ ਆਪਾਂ ESM ਕੋਟਾ ਕਹਿ ਸਕਦੇ ਹਾਂ ਜਾਂ ESM ਸਟੇਟਸ ਦੀ ਆਪਾਂ ਗੱਲ ਕਰੇ, ਉਹ ਸਾਨੂੰ ਨਹੀਂ ਦਿੱਤਾ ਜਾ ਰਿਹਾ। ਅੱਛਾ ਮੈਮ, ਮੈਨੂੰ ਇੱਕ ਗੱਲ ਦੱਸੋ, ਤੁਸੀਂ ਕਿਹਾ ਕਿ ਪਹਿਲਾਂ ਦਿੱਤਾ ਜਾਂਦਾ ਸੀ ਹੁਣ ਨਹੀਂ ਦਿੱਤਾ ਜਾਂਦਾ, ਇਹ ਕਦ ਤੋਂ ਬੰਦ ਹੋਇਆ ਔਰ ਕੀ ਕਾਰਨ ਕੀ ਦੱਸ ਰਹੀਆਂ ਨੇ ਸਰਕਾਰਾਂ? ਕਿਉਂਕਿ 14 ਸਾਲ ਦੀ ਸਰਵਿਸ ਤੋਂ ਬਾਅਦ ਲੋਕਾਂ ਦੀ ਜ਼ਿੰਦਗੀ ਹੋਰ ਬਹੁਤ ਵੱਡੀ ਹੈ ਹਜੇ। ਬਿਲਕੁਲ, ਇਹੀ ਸਾਡੀ ਵੀ ਡਿਮਾਂਡ ਹੈ ਕਿ ਕੀ ਰੀਜ਼ਨ ਸੀਗਾ। ਸਾਨੂੰ ਕੋਈ ਰੀਜ਼ਨ ਨਹੀਂ ਦਿੱਤਾ ਗਿਆ, ਬਸ ਸਾਡੇ ਤੋਂ ਇਹ ਲੈ ਲਿੱਤਾ ਗਿਆ। 2014 ਲਾਸਟ ਇੱਕ ਐਪਲੀਕੇਸ਼ਨ ਆਈ ਸੀ ਜਿਹਦੇ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਇਹਨਾਂ ਦਾ ਸਟੇਟਸ ਰੀਕਨਫਰਮ ਕੀਤਾ ਜਾਵੇ। 2014 ਤੇ ਆਈ ਥਿੰਕ 2017 ਲਾਸਟ ਸੀਗਾ ਜਦੋਂ ਕਿਸੇ ਸਟੇਟ ਨੇ ਦਿੱਤਾ ਸੀ ਤੇ ਕਿਸੇ ਨੇ ਫਿਰ ਪਰਮਾਨੈਂਟਲੀ ਬੰਦ ਕਰਤਾ ਤੇ ਹੁਣ ਸਾਨੂੰ ਕਿਸੇ ਨੂੰ ਵੀ ESM ਸਟੇਟਸ ਨਹੀਂ ਮਿਲ ਰਿਹਾ। ਰੀਜ਼ਨ ਇਹਦਾ ਕੋਈ ਨਹੀਂ ਦਿੱਤਾ ਜਾ ਰਿਹਾ, ਕਿਸੇ ਗਵਰਨਮੈਂਟ ਨੇ ਕੋਈ ਰੀਜ਼ਨ ਨਹੀਂ ਦਿੱਤਾ, ਬਸ ਇਹੀ ਕਹਿੰਦੇ ਆ ਕਿ ਹਾਂ ਤੁਹਾਡੀ ਫਾਈਲ ਉੱਪਰ ਗਈ ਹੋਈ ਹੈ, ਇਹਦੀ ਕਲੈਰੀਫਿਕੇਸ਼ਨ ਆਏਗੀ। ਅੱਛਾ, ਅੱਗੇ ਸਾਡੇ ਨਾਲ ਮੇਜਰ ਸਨੇਹਲਤਾ ਜੀ ਮੌਜੂਦ ਨੇ। ਮੈਮ, ਕੀ ਜਿਹੜੀਆਂ ਚੀਜ਼ਾਂ ਨੇ ਜਿਸ ਵਕਤ ਅਸੀਂ ਇਹ ਸਾਰੀਆਂ ਚੀਜ਼ਾਂ ਦੀ ਗੱਲ ਕਰਦੇ ਹਾਂ, ਇੱਥੇ ESM ਬੰਦ ਕਰਨਾ, ਇਹਨਾਂ ਦਾ ਕਿੰਨਾ ਕੁ ਡਰਾਸਟਿਕ ਇਫੈਕਟ ਜਿਹੜਾ ਆ ਲੋਕਾਂ ਤੇ ਹੋ ਰਿਹਾ ਜਿਹੜੇ ਇੰਨੀ ਦੇਰ ਦੀ ਮਿਹਨਤ ਕਰਦੇ ਨੇ? देखिए, ड्रास्टिक इफेक्ट एक ही है कि जब आप अपनी ज़िंदगी के महत्वपूर्ण 14 साल, आप कह सकते हैं गोल्डन पीरियड आपने जब सेना को दिया, सेना को मैं कम कहूँगी, देश को दिया। बेसिकली हमने अपने देश के लिए जब स्टार्टिंग में कोई भी नर्सिंग ऑफिसर या कोई भी आदमी जब सेना ज्वाइन करता है, इनका एक पैम्फलेट होता है जॉइन इंडियन आर्मी। यस। उसका क्या मतलब है कि आप सेना के पार्ट हैं, वो आपको बुलाते हैं कि आइए आर्मी ज्वाइन कीजिए। लेकिन जब हम रिटायरमेंट होके जाते हैं 14 साल बाद जब हम फौज छोड़ते हैं, तो जैसा कि आपने पूछा कि क्या कारण दिया गया, हमें कारण ये दिया गया है कि आप सेना के पार्ट नहीं हैं। अच्छा, आप रेगुलर आर्मी के पार्ट नहीं हैं। तो अगर हम आर्मी के पार्ट नहीं हैं तो आप अपनी जो एडवर्टीजमेंट में क्यों बोलते हैं कि ज्वाइन इंडियन आर्मी? जब मुझे ज्वाइन किया, इवन आप जैसा मैंने आपको बताया 2017 से पहले हमारे पास था, तो 2017 से पहले जो हमारे ऑफिसर्स थे उन्हें एक्स सर्विसमैन स्टेटस मिला, जिसकी वजह से उन्हें आप कह सकते हैं सेंटर में या स्टेट गवर्नमेंट में अच्छी पोस्ट में सर्विसेज भी मिली हैं। लेकिन 2017 के बाद जितने लोग रिटायर हुए हैं उनको ये अपॉर्चुनिटीज़ नहीं मिल पाई। और प्रॉब्लम ये होती है कि जब आपने 14 साल अपनी ज़िंदगी के दे दिए या 10 साल दे दिए या 5 साल दे दिए, जब आप बाहर निकलते हैं तो आप ओवर एज हो चुके होते हैं। जब आप ओवर एज हो गए तो आप किसी भी नौकरी के लिए एलिजिबल ही नहीं है। तो जब एलिजिबल नहीं है तो आपको नौकरी कैसे मिलेंगी? कोटा तो बहुत बाद की बात आती है कि चलो हमें एक्स सर्विसमैन कोटा नहीं मिल रहा। मैं तो कह रही हूँ हमें तो अपॉर्चुनिटी ही नहीं मिल रही। जब आपको अपॉर्चुनिटी नहीं मिली तो कोटा कैसे अवेल करोगे? पहले तो हमें वो हक तो दो, हमें सबके बराबर आने का हक तो दीजिए। आप बोलते हो कि हम नारियों को आगे लेके जाए, आगे तो छोड़िए, आपने तो हमें पीछे छोड़ दिया है। आप तो हमें बराबर आने का हक भी नहीं दे रहे। तो हमारी सरकार से यही मांग है कि भाई हमें जल्द से जल्द एक्स सर्विसमैन स्टेटस दिया जाए, क्योंकि जब देश को हमारी ज़रूरत पड़ी तब हम थे। चाहे वो कारगिल, आप अगर देखें हमारी नर्सिंग ऑफिसर्स जो हैं, लेह, कारगिल, ये ऐसे स्टेशन हैं जहाँ फैमिली ले जाना अलाउड नहीं है। वो अकेले देश की सेवा करने जाती हैं। और सिर्फ इतना ही नहीं, हम UN मिशंस पे भी जाते हैं।
आपका कंबाडिया हो गया, जितने भी बाहर के जो सैन्य मिशन होते हैं जिसमें इंडिया की तरफ से अपनी सेना भेजी जाती है, उसमें हमारे नर्सिंग ऑफिसर्स भी जाते हैं। तो जब हम हर जगह हैं, जब सैन्य मिशन का हम हर जगह हिस्सा हो रहे हैं, और जब हम रिटायर होते हैं आप बोल देते हो कि ये सेना का हिस्सा नहीं है, तो ये जो दोगलापन सरकार दिखा रही है हमारे साथ, हमें उसमें सरकार से जवाब चाहिए। और ये उनका जो दोगलापन है हमारी तरफ, ये हमें मान्य नहीं है। तो हम चाहते हैं सरकार से कि हमें जल्द से जल्द हमारा जो सैनिक वाला एक्स सर्विसमैन का जो स्टेटस है वो दिया जाए। मैं एक रिटायर्ड मेजर हूँ, मैं सबको बताती हूँ, मैं मेजर्स नहीं लेता हूँ, लेकिन वो मैं बता रही हूँ क्योंकि आपने बोला कि मेरी रैंक रिटायरमेंट के बाद रहेगी, लेकिन मेरे पास उसका प्रूफ क्या है? जो भी एक एक्स सर्विसमैन इंसान होता है उसे सैनिक बोर्ड जो होता है वहाँ से एक्स सर्विसमैन कार्ड दिया जाता है, जो मेरे पास नहीं ਹੈ। ਮੈਮ ਤੁਸੀਂ ਜਿਸ ਤਰੀਕੇ ਦੇ ਨਾਲ ਦੱਸ ਰਹੇ ਹੋ ਕਿ ਮੇਜਰ ਮੈਨੂੰ ਦੱਸਣਾ ਪੈਂਦਾ ਆ, ਉਦਾਂ ਲੋਕਾਂ ਨੂੰ ਕੋਈ ਮੇਰੇ ਕੋਲ ਕੋਈ ਇਹਦੀ ਪੁਸ਼ਟੀਕਰਨ ਨਹੀਂ ਹੈਗਾ, ਲੇਕਿਨ ਜਿਸ ਵਕਤ ਅਸੀਂ ਗੱਲ ਕਰਦੇ ਹਾਂ ਮੇਜਰ ਦੇ ਰੈਂਕ ਤੱਕ ਜਾਣ ਨੂੰ ਬਹੁਤ ਲੰਮਾ ਸਫ਼ਰ ਹੁੰਦੀ, ਬਹੁਤ ਮਿਹਨਤ ਹੁੰਦੀ ਹੈ। ਜਦੋਂ ਤੁਸੀਂ ਪਿੱਛੇ ਝਾਤ ਮਾਰਦੇ ਤੁਸੀਂ ਲੁੱਕ ਬੈਕ ਕਰਦੇ ਹੋ ਕਿ ਮੈਂ ਇੰਨੀ ਮਿਹਨਤ ਕਰਕੇ ਇਸ ਰੈਂਕ ਨੂੰ ਹਾਸਲ ਕੀਤਾ ਸੀ, ਅੱਜ ਫੇਰ ਮੈਂ ਅਗਰ ਲੀਗਲੀ ਦੇਖਾਂ ਆਈ ਐਮ ਉੱਥੇ ਨਹੀਂ ਆ, ਮੇਜਰ ਨਹੀਂ ਆ, ਮੈਂ ਆਈ ਐਮ ਜ਼ੀਰੋ, ਹੈ ਨਾ, ਮੈਂ ਉੱਥੇ ਕਹਿ ਸਕਦੇ ਹਾਂ। ਉਹ ਕੀ ਫੀਲ ਹੁੰਦਾ ਹੈ ਕਿ ਜਿਸ ਵਕਤ ਅਜਿਹੀਆਂ ਰਾਜਨੀਤਿਕਕਰਨ ਜਿਹੜੇ ਕੀਤੇ ਜਾਂਦੇ ਨੇ ਉਹਨਾਂ ਦੇ ਨਾਲ ਇੱਕ ਇਨਸਾਨ ਕਿੱਥੇ ਆ ਕੇ ਰਹਿ ਜਾਂਦਾ ਹੈ ਫਿਰ? यही है कि मैंने जब आर्मी ज्वाइन की थी इतनी मेहनत से, मैं पहले लेफ्टिनेंट से आई, कैप्टन, मेजर, हमारे जितने भी अधिकारी, और मैं तो सिर्फ मेजर की बात कर रही हूँ, हमारे जो रेगुलर ऑफिसर्स हैं जैसे कि कर्नल कांता मैम हैं, वो कर्नल रैंक से, और हमारी जो सर्वोच्च अधिकारी है वो मेजर जनरल रैंक से रिटायर हुई हैं। आप मेजर जनरल रैंक से रिटायर तो हो गए, लेकिन आपके पास आपका एक्स सर्विसमैन कार्ड नहीं है। सोचिए कितनी बेइज्जती फील होती है कि आप अधिकारी आपको सिर्फ नाम के हैं, लेकिन सेना जो अपने ऊपर के जो पॉलिटिशियंस हैं या बाकी के जो अधिकारी, वो बोलते हैं आप भाई सेना अधिकारी नहीं है। तो फिर आपने रैंक दे दी, आपने पार्शियलिटी किया, मतलब आपने रैंक दे दी है, आपने हमें कहते हैं कैंटीन के कोटे दे दिया, आप दारू ले सकते हो, आप अपने कैंटीन से जाके बाकी सामान ले सकते हो, यहाँ तक कि मिलिट्री हॉस्पिटल में हमें जो उपचार का अधिकार है वो भी हमारे पास है। तो ये आधा आधा क्यों है? या तो सब, मतलब आपने बोल तो दिया आप अधिकारी हो, रैंक दे दी, आपको कैंटीन से जाके आप दारू खरीद सकते हो, सामान खरीद सकते हो, आप उपचार करा सकते हो। जब इतना सब कुछ आपने दिया है और उसके बाद आप ये कह दो कि आप सेना का हिस्सा नहीं हो, ये जो चीज़ है ना, ये यहाँ लगती है। ठीक है, हमें इसका जवाब चाहिए सरकार से। ਇੰਡੀਅਨ ਆਰਮੀ ਅਗਰ ਅਸੀਂ ਕਹਿੰਦੇ ਆ ਤਾਂ ਇੰਡੀਅਨ ਆਰਮੀ ਉਹੀ ਕੰਮ ਕਰ ਸਕਦਾ ਜਿਹੜਾ ਦਿਲ ਤੋਂ ਰੂਹ ਤੋਂ ਆਪਣੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੋਵੇ, ਲੇਕਿਨ ਉਹਨਾਂ ਦੇ ਵਿੱਚੋਂ ਆਰਮੀ ਦਾ ਟੈਗ ਕੱਢਣਾ ਮੈਨੂੰ ਲੱਗਦਾ ਹੁੰਦਾ ਕਿ ਰੂਹ ਕੱਢਣ ਦੇ ਬਰਾबर है। बिल्कुल, ये यही फील होता है हमें जब 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 देश को हमारी ज़रूरत पड़ी। मैं खुद चंडी मंदिर से रिटायर हुई हूँ, जब जब देश को ज़रूरत पड़ी, चाहे वो कोविड एरा हो या जब भी कोई एक्सीडेंट ऊपर हाई एल्टीट्यूड के होता है, हमारे सैनिक आते हैं, हम 24 घंटे मौजूद थे। पर जब आज हमें ज़रूरत है तब कोई हमारे साथ नहीं है। ये जो चीज़ है ना, ये हमें चुभती है। ਇਸ ਸਾਡੇ ਨਾਲ ਕਰਨਲ ਮੈਮ ਮੌਜੂਦ ਨੇ। ਮੈਂ ਨਾ ਜਾਣ ਕੇ ਡੈਜ਼ਿਗਨੇਸ਼ਨ ਦੇ ਨਾਲ ਬੋਲ ਰਹੀ ਹਾਂ ਕਿਉਂਕਿ ਹੋਰ ਕੁਝ ਹੋਵੇ ਨਾ ਹੋਵੇ ਸਾਡੇ ਲਈ ਆਰਮੀ ਆਫੀਸਰਸ ਹੀ ਨੇ, ਕਿਉਂਕਿ ਬਹੁਤ ਲੰਮਾ ਸਮਾਂ ਜਿਨ੍ਹਾਂ ਨੇ ਦੇਸ਼ ਦੀ ਸੇਵਾ ਕੀਤੀ ਹੋਏ ਉਹ ਟੈਗ ਉਹਨਾਂ ਤੋਂ नहीं जाना चाहिए। मैम जिस वक्त जब आप देखते हैं इन सब चीज़ों को होते हुए, आपका जो एक्सपीरियंस है लाइफ का वो भी बहुत बड़ा है, जो ये चीज़ें अब हो रही हैं, आपने बहुत सारी गवर्नमेंट्स के पास भी ये प्रस्ताव रखा होगा, लेकिन क्या चीज़ें निकल कर आई अभी तक, गवर्नमेंट ऑफिशियल्स का क्या कहना है इस पर? मैं कर्नल कांता, आई एम ए रिटायर्ड नर्सिंग ऑफिसर आफ्टर 41 ईयर्स ऑफ सर्विस इन आर्मी। मैं आपको एक, ये जो आप क्वेश्चन पूछ रहे हैं इसका हमारे पास कोई जवाब नहीं है क्योंकि हमें इसका कोई फीडबैक नहीं दिया गया है। अभी आपने मेरे कलीग से उनका दर्द सुना है, मेरी तो सिर्फ इतनी अपील है टू द प्रेसिडेंट ऑफ इंडिया, टू द प्राइम मिनिस्टर, टू द डिफेंस मिनिस्टर एंड ऑल द अथॉरिटीज़ हु कैन कंट्रीब्यूट टुवर्ड्स मेकिंग दिस लॉ कि ये जितनी जल्दी हो सके ऑन एमरजेंसी बेसिस एक्स सर्विसमैन स्टेटस शुड बी रिवाइव्ड। इट वाज विद अस एंड वी, हमारा इस पर अधिकार है और ये हमें बहुत अर्जेंट बेसिस पर मिलना चाहिए क्योंकि ये सब नर्सिंग ऑफिसर्स की जीविका का सवाल है। 14 साल सर्विस आर्मी को देने के बाद वो अनएम्प्लॉयड घूम रहे हैं, तो दिस इज़ अ बहुत ही दर्द की बात है। और इस स्पेशल टाइम में जबकि ये महिला शक्तिकरण का वक्त है, उस टाइम में एक सर्विस जो इंडियन आर्मी में तब थी जब कोई एक सिंगल और लेडी नहीं थी, सिर्फ मिलिट्री नर्सिंग सर्विस के लोग थे, उस सर्विस के साथ ये अन्याय हो रहा है जो कि बहुत बहुत दर्दनाक है। प्लीज़ आई अपील टू, once again I appeal to the President of India, to the Prime Minister, to the Defense Minister and all the authorities to pay attention, and on urgent basis this EMS status has to be revived. It has to be given to them at the earliest.
because they are losing their livelihood. मैम जब आपकी हम बात करते हैं, आपने कहा 40 इयर्स के अबव आपने इस फील्ड को दे दिया अपना, जी। उसमें बहुत सारे एक्सपीरियंसेस भी होंगे, बहुत सारी चीज़ें आपने देखी हैं, बहुत सारे दृश्य आपने देखे होंगे। आज भी जब आप इन चीज़ों को रिकॉल करते हैं, कौन कौन से दृश्य सामने आ जाते हैं और उसके बाद आपको रियलाइज़ होता है कि नाउ आई कांट से कि मैं एक आर्मी ऑफिसर थी और मैंने आर्मी ऑफिसर के तहत काम किया इतना लंबा समय? देखिए, हमने बहुत सारी इमरजेंसीज को हैंडल किया है और मेरी पोस्टिंग कारगिल में हुई थी अच्छा। जब मेरे बच्चे बोर्ड एग्जाम में थे। अच्छा। ये एंड इट इज़ नॉर्मल फॉर ए आर्मी पर्सन, बट देन उसके साथ एसोसिएटेड फैसिलिटीज़ भी होनी चाहिए ना, देन वी शुड हैव द एक्स सर्विसमैन स्टेटस। वो जो नहीं है, दैट पेन्स अस द मोस्ट। जब आपने इसमें जाके भर्ती की थी या जब आपने आर्मी को ज्वाइन किया था, उस टाइम आपको बताया गया था कि अच्छा इतनी देर बाद आप रिटायर हो जाओगे, पर उसके बाद आपको कोई टैग नहीं दिया जाएगा, आप किसी को नहीं बता ये सकते? इन्फॉर्मेशन हमें बिल्कुल नहीं थी। हमें द इनविटेशन, द एडवर्टीजमेंट क्लियरली स्टेट्स जॉइन इंडियन आर्मी as military nursing officer. So it goes without saying that you are a part of army. Where is the doubt about it? It is at the end of your service that you come to know कि the whole life you have given to army and you are not an army person. ਅੱਛਾ ਮੈਮ, ਜਿਸ ਵਕਤ ਅਸੀਂ ਇਹ ਸਾਰੀ ਚੀਜ਼ਾਂ ਦੀ ਗੱਲ ਕਰਦੇ ਆ ਨਾ, ਮਹਿਲਾਵਾਂ ਦੇ ਲਈ ਇੱਕ ਕੰਮ ਕਰਨਾ, ਮਿਲਟਰੀ ਦੇ ਵਿੱਚ ਆ ਕੇ ਕੰਮ ਕਰਨਾ ਇੱਕ ਆਪਣੇ ਆਪ ਦੇ ਵਿੱਚ ਇੱਕ ਡਿਫਿਕਲਟ ਟਾਸਕ ਹੈ ਔਰ ਫੈਮਿਲੀ ਨੂੰ ਵੀ ਪ੍ਰਿਪੇਅਰ ਕਰਨਾ ਪੈਂਦਾ ਉਸ ਹਿਸਾਬ ਦੇ ਨਾਲ। ਤੁਹਾਡੇ ਤੋਂ ਮੈਂ ਜ਼ਰੂਰ ਪੁੱਛੂੰਗੀ, 41 ਸਾਲ ਤੁਸੀਂ ਇਹਦੇ ਵਿੱਚ ਕੱਟ ਲਏ, ਲੇਕਿਨ ਕਿੰਨਾ ਕੁ ਔਖਾ ਸੀ ਪਰਿਵਾਰ ਨੂੰ ਸਾਂਭਣਾ, ਪਰਿਵਾਰ ਦੇ ਨਾਲ ਇਹ ਕੰਮ ਕਰਨਾ? हम तो आर्मी ज्वाइन करके हम टफ लाइफ के लिए प्रिपेयर्ड हैं, लेकिन हमारी फैमिली दे इक्वली सफ़र विद अस। जैसे कि मैंने अभी आपको बताया, जब मेरे बच्चों का बोर्ड एग्ज़ाम था, मेरी डॉटर 10th क्लास में थी, मेरी दूसरा 12th क्लास में बोर्ड एग्ज़ाम में थी, एंड आई वॉज इन मीसामरी। मेरे बच्चे बिल्कुल अकेले स्ट्रगल कर रहे थे। ये आर्मी है, हम इसको एक्सेप्ट करते हैं, इसमें मेरे को कोई क्रिबिंग नहीं है, लेकिन उसके साथ उसके अधिकार तो हमें मिलने चाहिए। सिर्फ ड्यूटीज़ एंड नो राइट्स इज़ नॉट द पॉलिसी। ਅੱਛਾ ਮੈਮ, ਜਿਹੜਾ ਇਹ ਲਾਗੂ ਕੀਤਾ ਗਿਆ ਹੈ ਕਿ ਜਿਹੜਾ ਰੈਂਕ ਹੈ ਉਹ ਟੈਗ ਤੁਹਾਨੂੰ ਰਿਟਾਇਰਮੈਂਟ ਤੋਂ ਬਾਅਦ ਨਹੀਂ ਮਿਲੇਗਾ, ਉਹ ਸਿਰਫ ਨਰਸਿੰਗ ਸਟਾਫ ਵਾਸਤੇ है कि और सारे वास्ते भी है? नहीं, रैंक है हमारे पास, मैं रैंक लगा सकती हूँ, लेकिन मेरे पास आई कार्ड नहीं है उसको प्रूव करने के लिए। मेरा क्वेश्चन ये है, जो एक्स सर्विसमैन होते हैं उन्हें एक्स सर्विसमैन का या वेटरन कार्ड बनता है उनका, जिसमें उनकी आइडेंटिटी मेंशन होती है कि भाई ये सेना से इस टाइम सेना में आए थे, इस टाइम ये रिटायर हो गए, इनका ये रैंक है। मेरे पास वो नहीं है, तो ये प्रॉब्लम है कि मैं उसको प्रूफ नहीं कर सकती। मेरे पास एक नर्सिंग स्टाफ दे नाल है कि और भी मैं सिर्फ नर्सिंग कोर के साथ किया हुआ है। अदर कोर के जो शॉर्ट सर्विस ऑफिसर होते हैं, जब वो रिलीज जाते हैं सर्विस से 10 साल बाद या 14 साल बाद, उनके पास सारे अधिकार है, उन्हें वेटरन कार्ड भी मिलता है, सब कुछ मिलता है। वो स्टेट गवर्नमेंट में या सेंट्रल गवर्नमेंट में अपनी वो एक्स सर्विसमैन जो कोटा मेरी फ्रेंड ने बताया वो भी अवेल करते हैं, और एज रिलैक्सेशन भी मिलता है। एज रिलैक्सेशन की मैं बात करूँ तो जो फौज के लिए एज रिलैक्सेशन होता है वो ये कहता है कि जितने साल आपने सेना को दिए हैं उतने साल मतलब उतने साल का आपको एज रिलैक्सेशन मिलेगा। ये चीज़ हमारे पास नहीं है। अगर जैसे मैंने 14 साल दिए हैं तो एज रिलैक्सेशन के तौर पे मेरे 14 साल पहले माइनस होंगे, उसके बाद मेरी एज कंसिडर होगी। ये चीज़ हमारे पास नहीं है। ਅੱਛਾ ਮੈਮ, ਇੱਕ ਪਾਸੇ ਤੁਸੀਂ ਮਹਿਲਾਵਾਂ ਹੋ, ਉਧਰ ਕੇਂਦਰ ਦੇ ਵਿੱਚ ਅਗਰ ਮੈਂ ਸਭ ਤੋਂ ਵੱਡੀ ਅਥਾਰਟੀ ਕਾਊਂਟ ਕਰਾਂ द्रौपदी मुर्मू जी, ਉਹ ਵੀ ਇੱਕ ਮਹਿਲਾ ਨੇ, ਤੁਹਾਨੂੰ ਲੱਗਦਾ ਹੈ ਤੁਹਾਡੀ ਗੁਹਾਰ ਇੱਕ ਮਹਿਲਾ ਤੱਕ ਜ਼ਰੂਰ ਪਹੁੰਚੇਗੀ? हमने यही सोच के अपनी आवाज़ जो है वो बुलंद की है कि आज की जो हमारी प्रेसिडेंट हैं वो खुद एक महिला हैं और वो महिला सशक्तिकरण की तरफ काफ़ी पॉजिटिव वे में देख रही हैं। तो हम चाहते हैं कि हमारी जो अपील है वो उन तक पहुँचे, और वो हम महिलाओं की, हम जो खाली महिलाएं नहीं, नर्सिंग ऑफिसर्स या लेडी ऑफिसर ऑफ द इंडियन आर्मी हमारी वो अपील सुने और इस हमारे दर्द को समझे और इसके लिए कुछ कदम उठाए। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ। ਤੁਸੀਂ ਦੇਖ ਸਕਦੇ ਹੋ ਕਿ ਅਸੀਂ ਜਿਹੜੇ ਐਕਸ ਮਿਲਟਰੀ ਵਿਮਨ ਆਫੀਸਰਸ ਨੇ ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਜਿਨ੍ਹਾਂ ਨੇ ਸਿੱਧੇ ਤੌਰ ਤੇ ਰਾਸ਼ਟਰਪਤੀ ਨੂੰ ਵੀ, ਡਿਫੈਂਸ ਆਫੀਸਰ ਨੂੰ ਵੀ ਇਹ ਕਿਹਾ ਕਿ ਡਿਫੈਂਸ ਮਿਨਿਸਟਰ ਨੂੰ ਵੀ ਇਹ ਕਿਹਾ ਕਿ ਸਾਡੀ ਗੱਲ ਜਿਹੜੀ ਹੈ ਉਹ ਮੰਨੀ ਜਾਣੀ ਚਾਹੀਦੀ, ਔਰ ਜਿਹੜਾ ਐਕਸ ਸਰਵਿਸਮੈਨ ਦਾ ਟੈਗ ਹੈ ਉਹ ਸਾਨੂੰ ਮਿਲਣਾ ਚਾਹੀਦਾ, ਜਿਹੜਾ ਆਈ ਕਾਰਡ ਜਿਹੜਾ ਮਿਲਦਾ ਹੈ ਉਹ ਮਿਲਣਾ ਚਾਹੀਦਾ, ਔਰ ਸਾਡੀਆਂ ਜਿਹੜੀਆਂ ਬਣਦੀਆਂ ਸਾਡੇ ਉੱਤੇ ਜਿੰਨੀਆਂ ਚੀਜ਼ਾਂ ਨੇ ਉਹ ਸਾਡੇ ਨਾਲ ਚੱਲਣੀਆਂ ਚਾਹੀਦੀਆਂ ਨੇ, ਕਿਉਂਕਿ ਲੰਮਾ ਸਮਾਂ ਅਸੀਂ ਜਿਹੜਾ ਹੈ ਮਿਲਟਰੀ ਨੂੰ ਦਿੱਤਾ ਹੈ। ਲੇਕਿਨ ਦੇਖਣਾ ਇਹ ਹੋਏਗਾ ਕਿ ਹੁਣ ਸਰਕਾਰਾਂ ਕੀ ਕੰਮ ਕਰਦੀਆਂ ਨੇ ਔਰ ਕਿੰਨਾ ਕੁ ਇਹ ਲੇਡੀਜ਼ ਦੀ ਗੱਲ ਜਿਹੜੀ ਹੈ ਉਹ ਸੁਣੀ ਜਾਂਦੀ ਹੈ। ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ, ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ। ਜਿਹੜੇ ਐਕਸ ਮਿਲਟਰੀ ਵਿਮਨ ਆਫਿਸਰਸ ਨੇ ਉਹਨਾਂ ਦੇ ਨਾਲ ਤਾਂ ਗੱਲ ਕਰ ਰਹੇ ਸੀ, ਉਹਨਾਂ ਦਾ ਮਸਲਾ ਬਿਲਕੁਲ ਜਾਇਜ਼ ਹੈ ਕਿ ਸਾਨੂੰ ਮਿਲਟਰੀ ਸਟੇਟਸ ਜਿਹੜਾ ਹੈ ਉਹ ਮਿਲਣਾ ਚਾਹੀਦਾ ਹੈ। ਇਸ ਵਕਤ ਸਾਡੇ ਨਾਲ ਹੋਰ ਵੀ ਮੌਜੂਦ ਨੇ, ਸਰ ਨਾਲ ਗੱਲ ਕਰਦੇ ਸਰ। ਪਹਿਲੇ ਤਾਂ ਆਪਣਾ परिचय दे दो सर, ਕੀ ਕਹਿਣਾ ਚਾਹੁੰਦੇ ਹੋ ਤੁਸੀਂ ਉਹ ਵੀ ਦੱਸ ਦਿਓ ਸਰ। मैं नेवल वेटरन हाँ जी, इंडियन नेवी तो रिटायर्ड हाँ।
ਮੈਂ ਇੱਕ ਸਿੰਪਲ ਲੇਮੈਨ ਦੇ ਰੂਪ ਵਿੱਚ ਗੱਲ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਕਿ ਸਾਡੇ ਮੈਂਬਰ ਪਾਰਲੀਮੈਂਟ ਹੈ, ਅਗਰ ਇੱਕ ਦਿਨ ਦੇ ਲਈ ਵੀ ਉਹ ਮੈਂਬਰ ਪਾਰਲੀਮੈਂਟ ਹੁੰਦੇ ਨੇ ਔਰ ਲੋਕ ਸਭਾ ਅਗਰ ਭੰਗ ਵੀ ਹੋ ਜਾਂਦੀ ਇੱਕ ਦਿਨ ਦੇ ਬਾਅਦ, ਤਾਂ ਉਹ ਹਮੇਸ਼ਾ ਲਈ ਐਕਸ ਐਮਪੀ ਕਹਾਉਂਦੇ ਨੇ। ਤੇ ਇਹ ਵਿਚਾਰੀਆਂ ਲੜਕੀਆਂ 14-14 ਸਾਲ ਫੌਜ ਦੀ ਨੌਕਰੀ ਕਰਕੇ, ਤੇ ਤੁਸੀਂ ਇਹਨਾਂ ਨੂੰ ਐਕਸ ਫੌਜੀ ਕਿਉਂ ਨਹੀਂ ਕਹੋਗੇ? ਔਰ ਬੜੇ ਹੀ ਹੱਸਵੇ ਵਾਲੀ ਗੱਲ ਹੈ ਕਿ ਡਿਫੈਂਸ ਮਿਨਿਸਟਰੀ ਦੇ ਪੋਜ਼ਿਟਿਵ ਇਹਨਾਂ ਦੀ ਰਿਕਮੈਂਡੇਸ਼ਨ ਨੇ ਹੈ, ਔਰ ਜੁਡੀਸ਼ਰੀ ਨੇ ਵੀ ਕਈ ਕੇਸਿਸ ਦੇ ਵਿੱਚ ਇਹਨਾਂ ਦੇ ਪ੍ਰਤੀ ਗੱਲ ਕਹੀ ਹੈ ਕਿ ਬਈ ਇਹ ਤੁਹਾਡੇ ਨਾਲ ਹੋਣਾ ਚਾਹੀਦਾ ਹੈ। ਔਰ ਜਿੱਥੇ ਤੱਕ ਕਿ ਡਿਪਾਰਟਮੈਂਟ ਤੋਂ ਟਾਈਮ ਬਾਉਂਡ ਇਹਦਾ ਰਿਪਲਾਈ ਵੀ ਪੁੱਛੇ ਆ। ਇਹਨਾਂ ਦੇ ਤਿੰਨੇ ਚੀਫ ਨੇ, ਜਿਸ ਤਰ੍ਹਾਂ ਆਰਮੀ, ਨੇਵੀ ਤੇ 에ਅਰ ਫੋਰਸ ਦੇ ਜਿਹੜੇ ਚੀਫ ਨੇ, ਉਹਨਾਂ ਨੇ ਵੀ ਇਹਨਾਂ ਦੀ ਪੋਜ਼ਿਟਿਵ ਰਿਕਮੈਂਡੇਸ਼ਨ ਦਿੱਤੀ ਹੈ ਇਹਨਾਂ ਦੇ ਡਿਪਾਰਟਮੈਂਟਲ। ਤੇ ਫਿਰ ਉਹ ਕੌਣ ਰੋਕ ਰਿਹਾ ਇਹਨਾਂ ਦੀ ਇਸ ਚੀਜ਼ ਨੂੰ? ਇਹਨਾਂ ਨੂੰ ਐਕਸ ਸਰਵਿਸਮੈਨ ਦਾ ਸਟੇਟਸ ਦੇਣ ਤੋਂ ਕੌਣ ਰੋਕ ਰਿਹਾ? ਔਰ ਸਭ ਤੋਂ ਬੜੀ ਗੱਲ ਹੈ ਕਿ ਇਹ ਜੋ ਮੈਂ ਅੱਜ ਇਹਨਾਂ ਤੋਂ ਸੁਣਿਆ ਹੈ, ਇਹਨਾਂ ਦੀ ਸਾਰੀ ਵਾਰਤਾ ਤੋਂ, ਇਹ ਕੁਛ ਪੈਸੇ ਨਹੀਂ ਮੰਗ ਰਹੀਆਂ ਸਰਕਾਰ ਤੋਂ, ਇਹ ਕੋਈ ਹੋਰ ਸੁਵਿਧਾ ਨਹੀਂ ਮੰਗ ਰਹੀਆਂ। ਇਹ ਸਿਰਫ ਇੱਕ ਏਜ ਰਿਲੈਕਸੇਸ਼ਨ ਜਿਹੜੀ ਆਉਂਦੀ ਹੈ ਐਕਸ ਸਰਵਿਸਮੈਨ ਨੂੰ, ਮਤਲਬ ਫੌਜ ਵਿੱਚ ਜਿੰਨੇ ਦਿਨ ਤੁਸੀਂ ਕੰਮ ਕਰੋ ਉਨੇ ਦਿਨ ਦੀ ਏਜ ਰਿਲੈਕਸੇਸ਼ਨ ਮਿਲਦੀ ਹੈ ਅਗਰ ਤੁਸੀਂ ਰੀਇੰਪਲੋਇਮੈਂਟ ਲੈਣੀ ਹੈ ਸਿਵਲ ਸਰਵਿਸਿਜ਼ ਦੇ ਵਿੱਚ। ਮੰਨ ਲਓ ਇਹ 14 ਸਾਲ ਸਰਵਿਸ ਕੀਤੇ, ਕੋਈ ਲੜਕੀ 34-35 ਸਾਲ ਦੀ ਹੋ ਗਈ ਆ, ਤੇ ਉਹ ਸਿਵਲ ਸਰਵਿਸ ਲਈ ਤਾਂ ਆਊਟਡੇਟਡ ਹੋ ਗਈ ਨਾ, ਓਵਰ ਏਜ ਹੋ ਗਈ। ਲੇਕਿਨ ਫੌਜੀਆਂ ਨੂੰ ਇੱਕ ਪ੍ਰੋਵੀਜ਼ਨ ਹੈ ਸਾਡੇ ਦੇਸ਼ ਦੇ ਵਿੱਚ। ਸਰ ਇੱਥੇ ਮੈਨੂੰ ਨਾ ਇੱਕ ਚੀਜ਼ ਜ਼ਰੂਰ ਹੈ ਕਿ ਜਿਸ ਵਕਤ 14 ਸਾਲ ਵੀ ਦੇਸ਼ ਨੂੰ ਦਿੱਤੇ ਹੋਣ, 14 ਸਾਲ 15 ਸਾਲ ਜਿੰਨੇ ਵੀ ਸਾਲ ਦਿੱਤੇ ਨੇ ਦੇਸ਼ ਨੂੰ, ਉਸ ਤੋਂ ਬਾਅਦ ਵੀ ਦੇਸ਼ ਦੀ ਸੇਵਾ ਕਰਨ ਤੋਂ ਬਾਅਦ ਵੀ ਇਹ ਮੰਗਣਾ ਪਵੇ, ਤੁਹਾਨੂੰ ਨਹੀਂ ਲੱਗਦਾ ਇਹ ਤਰਾਸਦੀ ਹੈ ਸਾਡੇ ਦੇਸ਼ ਦੀ ਕਿ ਮੰਗਣਾ ਪੈ ਰਿਹਾ, ਦਿੱਤਾ ਨਹੀਂ ਜਾ ਰਿਹਾ? ਇਹ ਤਰਾਸਦੀ ਕਹਿ ਲਓ ਜਾਂ ਇਹ ਕਹਿ ਲਓ ਕਿ ਸਾਡੇ ਜਿਹੜੇ ਡਿਸੀਜਨ ਮੇਕਰ ਆ ਉਹਨਾਂ ਦੇ ਕੰਨ ਬਹਿਰੇ ਨੇ, ਤੇ ਇਹ ਵਿਚਾਰੀਆਂ ਨੂੰ ਮਜਬੂਰ ਹੋ ਕੇ ਅੱਜ ਤੁਹਾਡੇ ਪ੍ਰੈਸ ਦੇ ਅੱਗੇ ਆਉਣਾ ਪੈ ਰਿਹਾ। ਤੇ ਮੈਂ ਤਾਂ ਇਹ ਕਹਿ ਰਿਹਾ ਕਿ ਇਹਨਾਂ ਦੀ ਜਦੋਂ ਨਾਰੀ ਸ਼ਕਤੀ ਦੀ ਗੱਲ ਕਰਦੇ ਹਾਂ, ਨਾਰੀ ਸ਼ਕਤੀ ਤਾਂ ਹੀ ਬਣੇਗੀ ਜੇ ਇਹਨਾਂ ਨੂੰ ਸ਼ਕਤੀ ਦਿਓਗੇ। ਲੇਕਿਨ ਇਹਨਾਂ ਕੋਲ ਤਾਂ ਸ਼ਕਤੀ ਸੀ, ਇਹਨਾਂ ਦੀ ਏਜ ਰਿਲੈਕਸੇਸ਼ਨ ਦੇ ਰਾਈਟ ਇਹਨਾਂ ਕੋਲ ਸੀਗੇ, ਤੁਸੀਂ ਤਾਂ ਇਹਨਾਂ ਦੀ ਸ਼ਕਤੀ ਖੋਹ ਲਈ ਹੈ। ਤੋ ਇਸ ਕਰਕੇ ਇਹਨਾਂ ਦਾ ਜਾਇਜ਼ ਪੁਆਇੰਟ ਹੈ। ਔਰ ਇਹ ਗਵਰਨਮੈਂਟ ਨੂੰ, ਮੈਂ ਇੱਕ ਨੇਵਲ ਵੈਟਰਨ ਹੋਣ ਦੇ ਨਾਲ ਇੱਕ ਸਮਾਜਿਕ ਕਾਰਿਆਕਰਤਾ ਹਾਂ, ਔਰ ਮੈਂ ਇਸ ਚੀਜ਼ ਨੂੰ ਸਮਝਦਾ ਹਾਂ ਕਿ ਇਹਨਾਂ ਨੂੰ ESM ਦਾ ਜਿਹੜਾ ਇਹਦਾ ਇੱਕ ਸਿੰਗਲ ਪੁਆਇੰਟ ਹੈ ਜਿਹੜਾ ਕਿ ਇਹਨਾਂ ਨੂੰ ESM ਸਟੇਟਸ ਜਿਹੜਾ ਇਹਨਾਂ ਦਾ ਰੀਸਟੋਰ ਕੀਤਾ ਜਾਵੇ। ਔਰ ਉਹਦੇ ਲਈ ਮੇਰਾ ਖਿਆਲ ਹੈ ਕਿ ਅੱਜ ਦੇ ਸਮੇਂ ਵਿੱਚ ਜੋ ਪ੍ਰਧਾਨ ਮੰਤਰੀ ਜੀ ਜਾਂ ਪ੍ਰੈਜ਼ੀਡੈਂਟ ਆਫ ਇੰਡੀਆ, ਉਹ ਪਰਸਨਲੀ ਇਸ ਮੁੱਦੇ ਨੂੰ ਇਹਦੀ ਘੋਖਣ ਕਿ ਕਿਹਨੇ ਇਹਨਾਂ ਨੂੰ ਇਹ ਜਿਹੜਾ ਦਰਜਾ ਦੇਣ ਤੋਂ ਰੋਕਿਆ ਗਿਆ, ਜਦੋਂ ਕਿ ਫਾਈਲਾਂ ਇਹਨਾਂ ਦੇ ਹਿੱਤ ਵਿੱਚ ਬੋਲ ਰਹੀਆਂ ਨੇ। ਬਹੁਤ ਬਹੁਤ ਸ਼ੁਕਰੀਆ ਸਰ ਗੱਲਬਾਤ ਕਰਨ ਦੇ ਲਈ। ਦੇਖੋ ਬਸ ਗੱਲ ਇੰਨੀ ਹੈ, ਰਾਸ਼ਟਰਪਤੀ ਨੂੰ ਕਿਹਾ ਜਾ ਰਿਹਾ, ਡਿਫੈਂਸ ਮਿਨਿਸਟਰ ਨੂੰ ਕਿਹਾ ਜਾ ਰਿਹਾ ਕਿ ESM ਸਟੇਟਸ ਜਿਹੜਾ ਆ ਸਾਡਾ ਲਾਗੂ ਕੀਤਾ ਜਾਏ। ਕਿਉਂ ਰੋਕਿਆ ਜਾ ਰਿਹਾ, ਕੀ ਕਾਰਨ ਹੈ, ਇਹ ਵੀ ਨਹੀਂ ਪੁੱਛਣ ਦੀ ਲੋੜ, ਨਾ ਦੱਸਣ ਦੀ ਲੋੜ। ਬਸ ਜਿੱਥੇ ਵੀ ਕੋਈ ਚੀਜ਼ ਹੈ, ਇਸ ਜਿਹੜਾ ਸਟੇਟਸ ਹੈ ਇਹਨੂੰ ਲਾਗੂ ਕੀਤਾ ਜਾਏ। ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ, ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ TV।